ਕਿੰਨਾ ਕੁ ਫਰਕ ਹੈ ਜਿਹੜਾ ਗੁਜਰਾਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਖੇਤੀ ਦਾ ਵਾ ਤੇ ਕਿਸ ਦੀ ਬਾਰ-ਬਾਰ ਮੋਦੀ ਸਾਹਿਬ ਗੱਲ ਕਰਦੇ। ਉੱਥੇ ਸਾਡੋ ਮੇਨ ਕਮੀ ਜਿਹੜੀ ਸਾਨੂੰ ਆਈ ਉਹ ਮੰਡੀਆਂ ਦੀ ਆਈ ਕਿ ਉੱਥੇ ਮੰਡੀਆਂ ਬਿਲਕੁਲ ਨਾ ਮਾਤਰ 2-4 ਮੰਡੀਆਂ ਨੇ। ਹੁਣ ਇਹਨਾਂ ਦੀ ਮਰਜ਼ੀ ਹੈ ਖਰੀਦਣ ਨਾ ਖਰੀਦਣ, ਨਹੀਂ ਤਾਂ ਸਾਰਾ ਕੁਛ ਪ੍ਰਾਈਵੇਟ ਬੰਦਾ ਖਰੀਦੂਗਾ ਤੇ ਪ੍ਰਾਈਵੇਟ ਬੰਦਾ ਜਦੋਂ ਫਸਲ ਆ ਜੂਗੀ ਅੱਧੇ ਰੇਟ ਤੇ ਲਊਗਾ ਤੇ ਡਬਲ ਰੇਟ ਤੇ 10 ਦਿਨ ਬਾਅਦ ਵੇਚੂਗਾ ਤੇ ਆਮ ਲੋਕਾਂ ਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਹੋਣੀ ਹੈ। ਜਿਹੜੇ ਲੋਕ ਘਰਾਂ 'ਚ ਬੈਠੇ ਆ ਉਹ ਧਿਆਨ ਨਾਲ ਸੁਣ ਲਓ, ਤੁਹਾਨੂੰ ਜਿਹੜਾ ਆਟਾ ਹੈਗਾ ਹੁਣ ਜਿਹੜਾ 25-30 ਰੁਪਏ ਕਿਲੋ ਮਿਲਦਾ ਉਹ ਸਿੱਧਾ 100-150 ਰੁਪਏ ਕਿਲੋ ਹੋ ਜਾਣਾ ਹੈ। ਜਿਹੜਾ ਰੇਟ ਹੈਗਾ MSP ਉਹ ਬਿਲਕੁਲ ਨਹੀਂ ਮਿਲਦਾ ਕਿਸੇ ਚੀਜ਼ ਦਾ ਵੀ। ਤੇ ਅਸੀਂ ਇੱਥੋਂ ਪੈਸਾ ਲਿਜਾ ਕੇ ਬਹੁਤ ਜ਼ਿਆਦਾ ਉੱਥੇ ਪੈਸੇ ਲਾਤੇ ਪਰ ਨਹੀਂ ਕੋਈ ਗੱਲ ਬਣ ਸਕੀ। ਖੇਤੀਬਾੜੀ ਕਾਨੂੰਨਾਂ ਖਿਲਾਫ 26 ਨਵੰਬਰ ਤੋਂ ਕਿਸਾਨ ਜਿਹੜੇ ਨੇ ਧਰਨੇ ਤੇ ਬੈਠੇ ਨੇ ਤੇ ਹੁਣ ਪੂਰੇ ਭਾਰਤ ਤੋਂ ਕਿਸਾਨ ਦਿੱਲੀ ਪਹੁੰਚ ਚੁੱਕੇ ਨੇ ਤੇ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਲਗਾਤਾਰ ਸੰਘਰਸ਼ ਜਿਹੜਾ ਕੀਤਾ ਜਾ ਰਿਹਾ ਪਰ ਕੇਂਦਰ ਸਰਕਾਰ ਦੁਆਰਾ ਉਹਨਾਂ ਦੀ ਜਿਹੜੀ ਗੱਲਬਾਤ ਨਹੀਂ ਸੁਣੀ ਜਾ ਰਹੀ, ਜਾਂ ਅਸੀਂ ਕਹਿ ਸਕਦੇ ਹਾਂ ਵੀ ਕੋਈ ਵੀ ਹੱਲ ਨਹੀਂ ਨਿਕਲਿਆ। ਭਾਵੇਂ ਕਈ ਮੀਟਿੰਗਾਂ ਜਿਹੜੀਆਂ ਨੇ ਕੇਂਦਰ ਨਾਲ ਹੋ ਚੁੱਕੀਆਂ ਨੇ ਤੇ ਸਾਡੇ ਨਾਲ ਅੱਜ ਜਿਹੜੇ ਗੁਜਰਾਤ ਦੇ ਵਿੱਚ ਖੇਤੀ ਕਰਨ ਵਾਲੇ ਕਿਸਾਨ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛਦੇ ਹਾਂ ਵੀ ਕਿੰਨਾ ਕੁ ਫਰਕ ਹੈ ਜਿਹੜਾ ਗੁਜਰਾਤ ਮਾਡਲ ਦੀ ਬਾਰ-ਬਾਰ ਮੋਦੀ ਸਾਹਿਬ ਗੱਲ ਕਰਦੇ ਨੇ। ਹਾਂਜੀ ਸਰ, ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗਾ ਵੀ ਤੁਸੀਂ ਆਪਣੀ ਇੰਟਰੋਡਕਸ਼ਨ ਦਿਓ, ਕੀ ਨਾਮ ਹੈ ਤੁਹਾਡਾ ਤੇ ਕਿਸ ਤਰ੍ਹਾਂ ਜਿਹੜੀ ਖੇਤੀ ਤੁਸੀਂ ਉੱਥੇ ਕਰਦੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ। ਅਸੀਂ ਉੱਥੇ ਕੱਛ ਭੁਜ ਡਿਸਟ੍ਰਿਕਟ ਪੈਂਦਾ ਹੈ ਗੁਜਰਾਤ ਦੇ ਵਿੱਚ। ਉੱਥੇ ਅਸੀਂ ਖੇਤੀ ਕਰਦੇ ਸੀ। ਜ਼ਮੀਨ ਸਾਡੀ ਹੁਣ ਵੀ ਹੈ ਪਰ ਉੱਥੇ ਕੁਛ ਨਾ ਹੋਣ ਕਰਕੇ ਹੁਣ ਜ਼ਿਆਦਾ ਸਰਕਾਰ ਵੱਲੋਂ ਨਾ ਸਹਾਇਤਾ ਮਿਲਣ ਕਰਕੇ ਅਸੀਂ ਉਹ ਗਰੀਬਾਂ ਨੂੰ ਮਤਲਬ ਮਾੜੀ ਮੋਟੀ ਦਿੱਤੀ ਹੈ, ਬਾਕੀ ਖਾਲੀ ਪਈ ਹੈ। ਉਹ ਏਰੀਆ ਜਿਹੜਾ ਹੈਗਾ ਕੱਛ ਭੁਜ ਦਾ ਉਹ ਪੂਰੇ ਪੰਜਾਬ ਜਿੱਡਾ ਵੱਡਾ ਇੱਕ ਜ਼ਿਲ੍ਹਾ ਹੈ, ਠੀਕ ਹੈ ਨਾ ਜੀ। ਅਤੇ ਉੱਥੇ ਸਾਡੋ ਮੇਨ ਕਮੀ ਜਿਹੜੀ ਸਾਨੂੰ ਆਈ ਉਹ ਮੰਡੀਆਂ ਦੀ ਆਈ ਕਿ ਉੱਥੇ ਮੰਡੀਆਂ ਬਿਲਕੁਲ ਨਾ ਮਾਤਰ 2-4 ਮੰਡੀਆਂ ਨੇ। ਜਿਹੜਾ ਰੇਟ ਹੈਗਾ MSP ਉਹ ਬਿਲਕੁਲ ਨਹੀਂ ਮਿਲਦਾ ਕਿਸੇ ਚੀਜ਼ ਦਾ ਵੀ। ਤੇ ਅਸੀਂ ਇੱਥੋਂ ਪੈਸਾ ਲਿਜਾ ਕੇ ਬਹੁਤ ਜ਼ਿਆਦਾ ਉੱਥੇ ਪੈਸੇ ਲਾਤੇ ਪਰ ਨਹੀਂ ਕੋਈ ਗੱਲ ਬਣ ਸਕੀ ਸਰ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਉੱਥੇ ਤੁਸੀਂ ਬਹੁਤ ਜ਼ਿਆਦਾ ਪੈਸੇ ਲਗਾਤੇ, ਕਦੋਂ ਤੋਂ ਤੁਸੀਂ ਉੱਥੇ ਜਿਹੜੀ ਖੇਤੀ ਸਟਾਰਟ ਕੀਤੀ ਤੇ ਕਦੋਂ ਪੰਜਾਬ ਤੋਂ ਜਾ ਕੇ ਉੱਥੇ ਵਸੇ ਜਾਂ ਉੱਥੇ ਜਿਹੜੀ ਆ ਵਪਾਰ ਆਪਣਾ ਸ਼ੁਰੂ ਕੀਤਾ? ਅਸੀਂ ਜ਼ਮੀਨ ਜੀ ਉੱਥੇ 2009 ਦੇ ਵਿੱਚ ਜਿਵੇਂ ਲਈ ਸੀਗੀ ਤੇ ਬਾਕੀ ਜਿਹੜੇ ਆਪਣੇ ਪੰਜਾਬ ਔਰ ਹਰਿਆਣੇ ਦੇ ਲੋਕ ਨੇ ਸੰਨ 65 ਤੋਂ ਬਾਅਦ ਬੈਠੇ ਸੀ, ਜੋ ਕਿ ਇੰਡੋ ਪਾਕ ਵਾਰ ਜਦੋਂ ਹੋਈ ਸੀ ਉੱਥੇ CM ਗੁਜਰਾਤ ਦਾ ਮਾਰਿਆ ਗਿਆ ਸੀਗਾ। ਤੇ ਉਹਨਾਂ ਨੇ ਡਰ ਕੇ ਫਿਰ ਲਾਲ ਬਹਾਦਰ ਸ਼ਾਸਤਰੀ ਕੋਲ ਆਏ ਸੀ। ਉਹਨਾਂ ਨੇ ਫਿਰ ਪੁਰਾਣੇ ਜਿਹੜੇ ਐਕਸ ਸਰਵਿਸਮੈਨ ਸੀ, ਫੌਜੀ ਸੀ, ਪੰਜਾਬੀ ਫੌਜੀ ਵੀ ਉੱਥੇ ਬਿਠਾਏ ਸੀਗੇ ਤਾਂ ਕਿ ਉਹ ਰੱਖਿਆ ਵੀ ਕਰਨਗੇ ਤੇ ਖੇਤੀ ਵਧੀਆ ਕਰਨਗੇ। ਫਿਰ ਉਸ ਸਿਲਸਿਲੇ 'ਚ ਲੋਕ ਜਾਂਦੇ ਰਹੇ ਤੇ ਅਸੀਂ 2009-10 ਦੇ ਵਿੱਚ ਗਏ ਸੀ। ਕਿੰਨਾ ਕੁ ਫਰਕ ਹੈ ਜਿਹੜਾ ਗੁਜਰਾਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਖੇਤੀ ਦਾ ਵਾ ਤੇ ਕਿੰਨੀ ਕੁ ਜਿਹੜੀਆਂ ਉੱਥੇ ਮੰਡੀਆਂ ਜਿਹੜੀਆਂ ਨੇ ਵਿਕਸਿਤ ਨੇ ਜਿਸ ਦੀ ਬਾਰ-ਬਾਰ ਮੋਦੀ ਸਾਹਿਬ ਗੱਲ ਕਰਦੇ ਨੇ? ਹਾਂਜੀ, ਜਿਵੇਂ ਅਸੀਂ ਵੀ ਇਹੀ ਸੁਣ ਕੇ ਗਏ ਸੀਗੇ ਵੀ ਗੁਜਰਾਤ ਮਾਡਲ ਬਹੁਤ ਵਧੀਆ ਤੇ ਬਹੁਤ ਤਰੱਕੀ ਹੋ ਰਹੀ ਹੈ। ਹਾਂ, ਇੱਕ ਗੱਲ ਮੈਂ ਕਹੂੰਗਾ ਉੱਥੇ ਲੋਕ ਬੜੇ ਸ਼ਾਂਤੀ ਪਸੰਦ ਨੇ, ਅਮਨ ਪਸੰਦ ਨੇ, ਜਿਹੜਾ ਸਾਨੂੰ ਮਾਹੌਲ ਵਧੀਆ ਲੱਗਿਆ, ਸੜਕਾਂ ਸੁੜਕਾਂ ਵਧੀਆ ਨੇ, ਇਸ ਕਰਕੇ ਅਸੀਂ ਗਏ ਸੀਗੇ। ਪਰ ਇਹ ਜਿੱਥੇ ਵੀ ਪੋਰਟ ਇਕੋਨਮੀ ਹੁੰਦੀ ਹੈ ਨਾ, ਬੰਦਰਗਾਹ ਹੁੰਦੀਆਂ ਨੇ, ਇਕੋਨਮੀ ਉੱਥੇ ਦੀ ਵਧੀਆ ਹੁੰਦੀ ਉਹ ਹੈ। ਪਰ ਜਦੋਂ ਅਸੀਂ ਖੇਤੀ ਐਕਚੁਅਲ 'ਚ ਕਰਨ ਲੱਗੇ ਫਿਰ ਉਦੋਂ ਪਤਾ ਲੱਗਿਆ ਸਾਡਾ 8-9 ਲੱਖ ਰੁਪਏ ਦਾ ਕਨੈਕਸ਼ਨ ਲੈਣ 'ਤੇ, ਟਿਊਬਵੈੱਲ ਕਨੈਕਸ਼ਨ 'ਤੇ ਖਰਚਾ ਆ ਗਿਆ। ਬਲੈਕ ਦੇਣੀ ਪਈ ਸਾਨੂੰ, ਡੂੰਘੇ ਟਿਊਬਵੈੱਲ ਕਰਾਉਣੇ ਪਏ, ਹੋਰ ਖਰਚੇ ਆ ਗਏ। ਉਸ ਤੋਂ ਬਾਅਦ ਜਦੋਂ ਫਸਲ ਹੋਈ ਤਾਂ ਮੰਡੀਆਂ ਦਾ ਨਾਮੋ ਨਿਸ਼ਾਨ ਨਹੀਂ ਹੈਗਾ। ਏਡੇ ਵੱਡੇ ਏਰੀਏ ਦੇ ਵਿੱਚ, ਪੰਜਾਬ ਜਿੱਡੇ ਜ਼ਿਲ੍ਹੇ ਦੇ ਵਿੱਚ 5-7 ਕੁ ਮੰਡੀਆਂ ਨੇ APMC ਦੀਆਂ, ਉੱਥੇ ਵੀ ਜਿਹੜੀ ਕਣਕ ਕੁਣਕ ਦੀ ਖਰੀਦ ਹੈ ਨਾ ਮਾਤਰ ਹੁੰਦੀ ਹੈ। ਅਤੇ ਜਿਹੜਾ MSP ਵੀ ਹੈ, ਜਿਵੇਂ ਉੱਥੇ ਨਰਮਾ ਅਤੇ ਕਣਕ ਮੇਨ ਫਸਲ ਆ ਆਪਣੇ ਪੰਜਾਬੀਆਂ ਦੀ, ਉਹਦਾ ਵੀ ਕੋਈ ਰੇਟ ਨਹੀਂ ਮਿਲਦਾ, ਬਹੁਤ ਘੱਟ ਰੇਟ ਮਿਲਦਾ। ਅਤੇ ਕਣਕ ਦਾ ਮੈਂ ਐਗਜ਼ਾਮਪਲ ਦੇ ਦਿਆਂ ਕਿ ਤੁਹਾਨੂੰ 3-4 ਸਾਲ ਪਹਿਲਾਂ ਜਦੋਂ ਅਸੀਂ ਖੇਤੀ ਪ੍ਰੋਪਰ ਛੱਡੀ ਹੈ ਉੱਥੇ ਅਸੀਂ 1000 ਕੁ ਰੁਪਇਆ ਕਣਕ ਵੇਚੀ ਸੀ ਕੁਇੰਟਲ। ਉੱਥੇ ਮੰਡੀਆਂ ਨਾ ਹੋਣ ਕਰਕੇ ਛੋਟੇ ਵਪਾਰੀਆਂ ਨੂੰ ਵੇਚਣੀ ਪੈਂਦੀ ਹੈ ਅਤੇ ਗਰੀਬ ਲੋਕਾਂ ਨੂੰ 2200-2300 ਰੁਪਏ ਕੁਇੰਟਲ ਮਿਲ ਰਹੀ ਸੀਗੀ। ਅਤੇ ਪ੍ਰਾਈਵੇਟ ਮੰਡੀਆਂ ਦਾ ਇਹ ਘਾਟਾ ਸਾਨੂੰ ਇੱਥੇ ਵੀ ਪੈ ਜਾਣਾ ਗਾ। ਜਿਸ ਤਰ੍ਹਾਂ ਬਾਰ-ਬਾਰ ਜਿਹੜੀ ਹੈ ਗੱਲ ਕੀਤੀ ਜਾਂਦੀ ਹੈ, ਕੇਂਦਰ ਸਰਕਾਰ ਜਿਹੜੀ ਹੈ ਕਹਿ ਰਹੀ ਆ ਕਿ ਕਾਨੂੰਨ ਬਹੁਤ ਵਧੀਆ ਨੇ ਅਤੇ ਮੋਦੀ ਸਾਹਿਬ ਵੀ ਇਹ ਗੱਲ ਬਾਰ-ਬਾਰ ਜਿਹੜੀ ਹੈ ਕਿਸਾਨਾਂ ਨੂੰ ਦੱਸਦੇ ਨੇ ਅਤੇ ਉਹਨਾਂ ਦੇ ਮੰਤਰੀ ਵੀ ਬਾਰ-ਬਾਰ ਇਹ ਗੱਲ ਕਰਦੇ ਨੇ। ਕੀ ਇਸ ਵਿੱਚ ਕਾਨੂੰਨ ਦੇ ਵਿੱਚ ਕੀ ਕਮੀਆਂ ਨੇ ਜਿਹੜੀਆਂ ਤੁਹਾਨੂੰ ਨਜ਼ਰ ਆਉਂਦੀਆਂ ਨੇ? ਕਿਉਂਕਿ ਤੁਸੀਂ 150 ਕਿੱਲਾ ਜਾਂ 100 ਕਿੱਲੇ ਤੋਂ ਵੱਧ ਦੀ ਜਿਹੜੀ ਖੇਤੀ ਕੀਤੀ ਆ ਅਤੇ ਕਿੱਦਾਂ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਜਿਹੜਾ ਉੱਥੇ ਵੀ ਸਾਹਮਣਾ ਕਰਨਾ ਪਿਆ ਅਤੇ ਇੱਥੇ ਵੀ ਲੋਕਾਂ ਨੂੰ ਕਰਨਾ ਪੈ ਸਕਦਾ? ਹਾਂਜੀ, ਇਹ ਮੈਂ ਪਹਿਲਾਂ ਤੁਹਾਨੂੰ ਦੱਸੂੰਗਾ ਵੀ ਉੱਥੇ ਜਿਹੜੀਆਂ ਮੰਡੀਆਂ ਸਿਸਟਮ ਨਾ ਹੋਣ ਕਰਕੇ ਬਹੁਤ ਫਸਲ ਵਿਕਦੀ ਨਹੀਂ, ਪ੍ਰਾਈਵੇਟ ਵਪਾਰੀ ਨੂੰ ਅੱਧੇ ਰੇਟ 'ਤੇ ਵੇਚਣੀ ਪੈਂਦੀ ਹੈ। ਅਤੇ ਬਾਕੀ ਜੇ ਆਪਾਂ ਫਰੂਟਾਂ ਦੀ ਗੱਲ ਕਰ ਲਈਏ, ਡਾਇਵਰਸੀਫਿਕੇਸ਼ਨ ਜਿਵੇਂ ਕਹਿੰਦੇ ਆ ਉਹ ਵੀ ਤੁਸੀਂ ਦੂਜੀਆਂ ਫਸਲਾਂ ਲਾਓ, ਤਾਂ ਸਾਡੇ ਕੁਝ ਦੋਸਤਾਂ ਨੇ ਅਨਾਰ ਲਾਇਆ ਸੀ ਉੱਥੇ ਅਤੇ ਉਹ ਹਾਲਾਤ ਹੋ ਗਏ ਕਿ ਅਨਾਰ ਵੀ ਜਾਨਵਰਾਂ ਨੂੰ ਖਿਲਾਉਣੇ ਪਏ ਸਾਨੂੰ। ਅਤੇ ਜਿਹੜੇ ਤੁਸੀਂ ਬਿੱਲਾਂ ਦੀ ਗੱਲ ਕੀਤੀ ਹੈ, ਬਿੱਲਾਂ ਦੇ ਵਿੱਚ ਮੈਂ ਕਹੂੰਗਾ ਵੀ ਜਿਹੜਾ ਸਭ ਤੋਂ ਪਹਿਲਾਂ ਅਸੈਂਸ਼ੀਅਲ ਕਮੋਡਿਟੀ ਐਕਟ 1955 ਜਿਹੜਾ ਇਹਨਾਂ ਨੇ ਖ਼ਤਮ ਕੀਤਾ, ਉਹਦੇ ਵਿੱਚ ਇਹ ਕਾਨੂੰਨੀ ਤੌਰ 'ਤੇ ਬਾਉਂਡ ਸੀਗੇ
ਵੀ ਇਹਨਾਂ ਨੇ ਅੰਨ ਲੈਣਾ ਹੀ ਆ ਸਰਕਾਰੀ ਮੰਡੀਆਂ 'ਚੋਂ ਕਿਸਾਨ ਤੋਂ, ਤਾਂ ਕਿ ਪਬਲਿਕ PDS ਸਿਸਟਮ ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੁੰਦਾ ਵੀ ਉਹ ਚੱਲਦਾ ਰਹੇ, ਜਿਹੜਾ ਰਾਸ਼ਨ ਕਾਰਡਾਂ ਰਾਹੀਂ ਆਪਾਂ ਨੂੰ ਦਿੰਦੇ ਆ ਗਰੀਬਾਂ ਨੂੰ ਇਹ ਮਿਲਦੀ ਹੈ। ਅਤੇ ਜਿਹੜਾ ਉਹ ਖਤਮ ਹੋਣ ਨਾਲ ਹੁਣ ਇਹਨਾਂ 'ਤੇ ਕੋਈ ਕਾਨੂੰਨੀ ਉਹ ਨਹੀਂ ਰਹੀ ਫਸਲ ਖਰੀਦਣ ਦੀ। ਹੁਣ ਇਹਨਾਂ ਦੀ ਮਰਜ਼ੀ ਹੈ ਖਰੀਦਣ ਨਾ ਖਰੀਦਣ, ਨਹੀਂ ਤਾਂ ਸਾਰਾ ਕੁਛ ਇਹ ਪ੍ਰਾਈਵੇਟ ਬੰਦਾ ਖਰੀਦੂਗਾ, ਅਤੇ ਪ੍ਰਾਈਵੇਟ ਬੰਦਾ ਜਦੋਂ ਫਸਲ ਆ ਜੂਗੀ ਅੱਧੇ ਰੇਟ 'ਤੇ ਲਊਗਾ ਅਤੇ ਡਬਲ ਰੇਟ 'ਤੇ 10 ਦਿਨ ਬਾਅਦ ਵੇਚੂਗਾ। ਅਤੇ ਆਮ ਲੋਕਾਂ ਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਹੋਣੀ ਹੈ। ਜਿਹੜੇ ਲੋਕ ਘਰਾਂ 'ਚ ਬੈਠੇ ਆ ਉਹ ਧਿਆਨ ਨਾਲ ਸੁਣ ਲਓ, ਤੁਹਾਨੂੰ ਜਿਹੜਾ ਆਟਾ ਹੈਗਾ ਹੁਣ ਜਿਹੜਾ 25-30 ਰੁਪਏ ਕਿਲੋ ਮਿਲਦਾ ਉਹ ਸਿੱਧਾ 100-150 ਰੁਪਏ ਕਿਲੋ ਹੋ ਜਾਣਾ ਹੈ। ਕਿਸਾਨ ਤਾਂ ਫਿਰ ਇੱਕ ਨਹੀਂ ਦੋ ਰੋਟੀਆਂ ਅੱਧੀ ਰੋਟੀ ਖਾ ਕੇ ਗੁਜ਼ਾਰਾ ਕਰ ਲੂਗਾ, ਪਰ ਜਿਹੜਾ 150 ਕਰੋੜ ਭਾਰਤ ਵਰਸ਼ ਦਾ ਕਿਸਾਨ ਹੈ, ਮਤਲਬ ਆਮ ਬੰਦੇ ਨੇ, ਉਹਨਾਂ ਨੂੰ ਸਭ ਤੋਂ ਵੱਡਾ ਇਹਦਾ ਨੁਕਸਾਨ ਹੋਣਾ। ਇੱਕ ਸਭ ਤੋਂ ਵੱਡੀ ਗੱਲ ਜਿਹੜੀ ਬਾਰ-ਬਾਰ ਮੋਦੀ ਸਾਹਿਬ ਵੀ ਕਹਿ ਰਹੇ ਨੇ, ਉਹਨਾਂ ਦੇ BJP ਦੇ ਜਿਹੜੇ ਜਿੰਨੇ ਵੀ ਮੰਤਰੀ ਨੇ ਉਹ ਬਾਰ-ਬਾਰ ਕਹਿ ਰਹੇ ਨੇ, ਖਾਸ ਤੌਰ 'ਤੇ ਸਾਡੇ ਜਿਹੜੇ ਖੇਤੀਬਾੜੀ ਕੇਂਦਰੀ ਮੰਤਰੀ ਨੇ ਤੋਮਰ ਸਾਹਿਬ, ਉਹ ਵੀ ਕਹਿੰਦੇ ਨੇ ਵੀ ਕਿਤੇ ਵੀ ਜਾ ਕੇ ਜਿਹੜਾ ਤੁਸੀਂ ਆਪਣਾ ਮਾਲ ਆ ਜਾਂ ਤੁਸੀਂ ਜਿਹੜੀ ਕਣਕੋਂ ਵੇਚ ਸਕਦੇ ਹੋ ਫਸਲ, ਕੀ ਤੁਹਾਨੂੰ ਇਹ ਜਿਹੜੀ ਸੁਵਿਧਾ ਵਾ ਇਹ ਗੁਜਰਾਤ ਦੇ ਵਿੱਚ ਉਪਲਬਧ ਨਹੀਂ ਕਰਾਈ ਗਈ ਸੀ? ਨਹੀਂ ਜੀ, ਗੁਜਰਾਤ ਦੇ ਵਿੱਚ ਤੁਸੀਂ ਪ੍ਰਾਈਵੇਟ ਤਾਂ ਵੇਚ ਸਕਦੇ ਹੋ ਕਿਤੇ ਵੀ ਮਾਲ ਆਪਣਾ, ਪਰ ਉੱਥੇ ਕਿਉਂਕਿ ਮੰਡੀਆਂ ਨਾ ਹੋਣ ਕਰਕੇ ਵਪਾਰੀ ਰੇਟ ਹੀ ਅੱਧਾ ਲਾਉਂਦੇ ਆ। ਕਿੱਥੋਂ ਜਾਓਗੇ ਤੁਸੀਂ, ਕਿੱਥੇ ਵੇਚਣ ਜਾਓਗੇ ਉੱਥੇ? ਮਤਲਬ ਵੀ ਜਿਵੇਂ ਤੁਹਾਨੂੰ ਦੱਸਿਆ ਵੀ 100 ਰੁਪਏ ਇੱਥੇ 1750 ਰੁਪਏ ਕੁਇੰਟਲ ਰੇਟ ਸੀ 3 ਸਾਲ ਪਹਿਲਾਂ ਕਣਕ ਦਾ, ਅਸੀਂ 1000 ਨੂੰ ਵੇਚੀ ਹੈ। ਜਦ ਕਿ ਜੇ ਦੁਕਾਨ 'ਤੇ ਲੈਣ ਜਾਓ ਤਾਂ ਇੱਥੇ ਨਾਲੋਂ ਵੀ ਚੀਜ਼ ਮਹਿੰਗੀ ਮਿਲਦੀ ਹੈ। ਮਤਲਬ ਗਰੀਬਾਂ ਨੂੰ ਤਾਂ ਬਹੁਤ ਜ਼ਿਆਦਾ ਇਹਦਾ ਨੁਕਸਾਨ ਹੈ। ਕੀ ਜਿਹੜੀ ਉਮੀਦ ਕਰਦੇ ਹੋ, ਜਿਸ ਤਰ੍ਹਾਂ ਇੰਨੀਆਂ ਮੀਟਿੰਗਾਂ ਹੋਣ ਦੇ ਬਾਅਦ ਵੀ ਜਿਹੜਾ ਸਿੱਟਾ ਨਹੀਂ ਨਿਕਲ ਰਿਹਾ, ਕਿਸੇ ਨਤੀਜੇ 'ਤੇ ਗੱਲ ਨਹੀਂ ਪਹੁੰਚ ਰਹੀ, ਹੁਣ ਤਾਂ ਕਿਸਾਨਾਂ ਨੂੰ ਮੀਟਿੰਗ ਵਾਸਤੇ ਵੀ ਸੱਦਿਆ ਨਹੀਂ ਜਾ ਰਿਹਾ, ਕੀ ਲੱਗਦਾ ਵੀ ਕੀ ਮਜਬੂਰੀ ਜਿਹੜੀ ਇਸ ਦੇ ਪਿੱਛੇ ਸੈਂਟਰ ਦੀ ਹੋ ਸਕਦੀ ਹੈ? ਜਾਂ ਸੈਂਟਰ ਸਰਕਾਰ ਬਾਰ-ਬਾਰ ਇਹ ਗੱਲ ਕਹਿੰਦੀ ਹੈ ਵੀ ਕਾਂਗਰਸ ਵੀ ਇਹ ਕਾਨੂੰਨ ਲਾਗੂ ਕਰਨਾ ਚਾਹੁੰਦੀ ਸੀ, ਵੀ ਮਤਲਬ ਦੋਨੇ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਵੀ ਜਿਹੜੀਆਂ ਨੇ ਇਹ ਪਾਰਟੀਆਂ ਨੇ ਇੱਕ ਦੂਜੇ ਉੱਪਰ ਭੰਡੀ ਜਾ ਰਹੀਆਂ ਨੇ, ਪਰ ਕਿਸਾਨਾਂ ਦਾ ਜਿਹੜਾ ਹੱਲ ਨਹੀਂ ਹੋ ਰਿਹਾ, ਕੀ ਕਾਰਨ ਕੀ ਸਮਝਦੇ ਹੋ ਸਭ ਤੋਂ ਵੱਡਾ? ਇਹ ਜੀ ਸਭ ਤੋਂ ਵੱਡਾ ਪ੍ਰੈਸ਼ਰ ਤਾਂ ਸਾਰੇ ਹੁਣ ਜਿਵੇਂ ਜਾਣਦੇ ਹੀ ਆ, ਇਹ ਵੱਡੇ ਕਾਰਪੋਰੇਟਸ ਘਰਾਣੇ ਅਡਾਨੀ ਅੰਬਾਨੀ ਵਗੈਰਾ ਟਾਟਾ, ਇਹਨਾਂ ਦਾ ਪ੍ਰੈਸ਼ਰ ਹੈਗਾ। ਕਿਉਂਕਿ ਹੁਣ ਦੂਜੇ ਰੋਜ਼ਗਾਰ ਤੁਸੀਂ ਦੇਖੋਗੇ GDP ਜਿਹੜੀ ਥੱਲੇ ਆਈ ਸੀਗੀ, ਦੂਜੀਆਂ ਫੈਕਟਰੀਆਂ ਵਗੈਰਾ ਦਾ ਹੁਣ ਕੰਮ ਹੌਲੀ ਹੌਲੀ ਘੱਟ ਚੱਲਣਾ ਗਾ ਕਰੋਨਾ ਦੇ ਕਰਕੇ, ਅਤੇ ਉਹਨਾਂ ਦੀ ਨਿਗਾਹ ਪੈ ਗਈ ਇਹ ਖੇਤੀ ਵਾਲੇ ਰਕਬੇ 'ਤੇ। ਕੋਈ ਖੇਤੀ ਵਾਲਾ ਆਪਣਾ ਹਲੇ ਸਾਰਾ ਸਰਕਾਰੀ ਸਿਸਟਮ ਸੀਗਾ, ਅਤੇ ਉਹਨਾਂ ਦੀ ਨਿਗਾਹ ਪੈ ਗਈ ਵੀ ਇੱਥੋਂ ਪੈਸੇ ਕਮਾਏ ਜਾਣ। ਕਿਉਂਕਿ ਕਣਕ ਅਤੇ ਝੋਨੇ ਦਾ ਜਿਹੜਾ ਵਪਾਰ ਹੁੰਦਾ ਪਰ ਉਹ ਬਹੁਤ ਵੱਡਾ ਹੈ, ਬਹੁਤ ਹਿਊਜ ਹੈ, ਅਤੇ ਉਹਦੇ ਵਿੱਚ ਇਹਨਾਂ ਨੂੰ ਕੁਝ % ਵੀ ਕਮਿਸ਼ਨ ਬਣ ਗਿਆ ਤਾਂ ਮਾਲੋ ਮਾਲ ਹੋ ਜਾਣਗੇ, ਪਹਿਲਾਂ ਨਾਲੋਂ ਵੀ ਅਮੀਰ ਹੋ ਜਾਣਗੇ, ਜਦ ਕਿ ਕਿਸਾਨ ਹੋਰ ਗਰੀਬ ਹੋ ਜਾਊਗਾ। ਜੇ ਗੱਲ ਕਰਦੇ ਹਾਂ ਹੁਣ ਇਕੱਲਾ ਅਸੀਂ ਉੱਥੇ ਦੇਖਿਆ ਬਈ ਤੁਸੀਂ ਜਿਸ ਤਰ੍ਹਾਂ ਗੁਜਰਾਤ ਤੋਂ ਆਏ ਹੋ, ਕੁਝ ਰਾਜਸਥਾਨ ਤੋਂ ਆਏ ਹੋਏ ਨੇ ਕਿਸਾਨ ਭਰਾ, ਕੁਝ ਹਰਿਆਣੇ ਤੋਂ ਆਏ ਹੋਏ ਨੇ, ਹੁਣ ਤਾਂ ਤਾਮਿਲਨਾਡੂ ਤੋਂ ਵੀ ਜਿਹੜੇ ਕਿਸਾਨ ਨੇ ਉਹ ਆਉਣੇ ਸ਼ੁਰੂ ਹੋ ਗਏ ਨੇ। ਪੂਰੇ ਭਾਰਤ ਵਰਸ਼ ਤੋਂ ਅਸੀਂ ਕਹਿ ਸਕਦੇ ਹਾਂ ਵੀ ਕਿਸਾਨ ਉੱਥੇ ਪਹੁੰਚ ਰਹੇ ਨੇ, ਪਰ ਮੋਦੀ ਸਰਕਾਰ ਜਿਹੜੀ ਹੈ ਉਹ ਨਹੀਂ ਸੁਣ ਰਹੀ। ਕੀ ਤੁਹਾਨੂੰ ਲੱਗਦਾ ਵੀ ਇਸ ਚੀਜ਼ ਦਾ ਜਿਹੜਾ ਹੱਲ ਹੋ ਸਕਦਾ ਜਾਂ ਹੱਲ ਸਰਕਾਰ ਨੂੰ ਕਰਨਾ ਚਾਹੀਦਾ? ਕੀ ਅਪੀਲ ਕਰੋਗੇ? ਦੇਖੋ ਜੀ, ਅਸੀਂ ਤਾਂ ਅਪੀਲ ਕਰਦੇ ਹਾਂ ਉਹਨਾਂ ਨੂੰ ਰਿਪੀਲ ਕਰ ਦੇਵੇ, ਲਾਸ ਨੂੰ ਖਤਮ ਕਰ ਦੇਵੇ, ਖਤਮ ਕਰਕੇ ਜਿਹੜੇ ਅੱਗੇ ਤੋਂ ਉਹਨਾਂ ਨੇ ਸੁਧਾਰ ਲਿਆਉਣਾ ਚਾਹੁੰਦੇ, ਸਾਰੇ ਵੈਲਕਮ ਕਰਦੇ ਆ ਸੁਧਾਰਾਂ, ਸਾਰੇ ਲੀਡਰਾਂ ਨੇ ਕਿਹਾ ਸੀ ਵੈਲਕਮ ਕਰਦੇ ਆ, ਸੁਧਾਰ ਹੋਣੇ ਚਾਹੀਦੇ ਨੇ, ਪਰ ਤੁਸੀਂ ਕਿਸਾਨਾਂ ਨੂੰ ਤਾਂ ਨਾਲ ਬਿਠਾਓ, ਉਹਨਾਂ ਦੀ ਮੀਟਿੰਗਾਂ ਕਰੋ, ਜੋ ਕਿਸਾਨਾਂ ਨੂੰ ਚਾਹੀਦਾ ਉਹ ਦਿਓ। ਹੁਣ ਜਿਹੜੇ ਬੰਦਿਆਂ ਨੇ ਖੇਤੀ ਨਹੀਂ ਕੀਤੀ, ਹੁਣ ਮੋਦੀ ਹੁਣੀ ਤੁਹਾਨੂੰ ਪਤਾ ਹੀ ਹੈ, ਨਾ ਉਹਨਾਂ ਨੇ ਖੇਤੀ ਕੀਤੀ ਹੈ, ਨਾ ਉਹਨਾਂ ਦੇ ਹੋਰ ਮੰਤਰੀਆਂ ਨੇ ਪ੍ਰੋਪਰ ਖੇਤੀ ਕੀਤੀ ਹੈ, ਤਾਂ ਉਹ ਸਾਨੂੰ ਕੀ ਦੱਸਣਗੇ ਲਾਸ ਬਾਰੇ? ਜਿਨ੍ਹਾਂ ਨੇ ਗਰਾਊਂਡ 'ਤੇ ਖੇਤੀ ਕਰਦੇ ਨੇ, ਜਿਨ੍ਹਾਂ ਨੂੰ ਸਾਰਾ ਕੁਝ ਪਤਾ ਹੈ, ਸਾਡੇ ਪੜ੍ਹੇ ਲਿਖੇ ਲੀਡਰ ਨੇ, ਉਹਨਾਂ ਨਾਲ ਗੱਲ ਕਰਨ ਬੈਠ ਕੇ, ਅਤੇ ਨਵੇਂ ਲਾਸ ਬਣਾ ਜਾ ਸਕਦੇ ਨੇ। ਪਰ ਪਹਿਲਾਂ ਹੁਣ ਸ਼ਰਤ ਇਹ ਹੈ ਕਿ ਪਹਿਲਾਂ ਉਹ ਕੈਂਸਲ ਕਰਨ, ਫਿਰ ਅਸੀਂ ਨਾਲ ਬੈਠਣ ਨੂੰ ਤਿਆਰ ਹਾਂ। ਜਿਸ ਤਰ੍ਹਾਂ ਕਿਸਾਨ ਸਾਡੇ ਸੜਕਾਂ 'ਤੇ ਬੈਠੇ ਨੇ, ਠੰਡ 'ਚ ਜਿਹੜੇ ਨੇ 25 ਦਿਨਾਂ ਤੋਂ ਜ਼ਿਆਦਾ ਦਿਨ ਅੱਜ ਹੋ ਚੁੱਕੇ ਨੇ ਵੀ ਠੰਡ ਦੇ ਵਿੱਚ ਠਰ ਰਹੇ ਨੇ। ਕਈ ਬੰਦੇ ਤਾਂ ਵਿਚਾਰੇ ਜਿਹੜੇ ਨੇ ਉਹਨਾਂ ਉੱਪਰ ਜਿਹੜੀਆਂ ਤਰਪਾਲਾਂ ਵੀ ਜਿਹੜੀਆਂ ਨਹੀਂ ਪਾਈਆਂ ਹੋਈਆਂ ਨੇ, ਜਾਂ ਠੰਡ ਦੇ ਵਿੱਚ ਉਸ ਤਰ੍ਹਾਂ ਠਰ ਰਹੇ ਨੇ। ਬਜ਼ੁਰਗ ਵੀ ਨੇ, ਮਾਤਾਵਾਂ ਵੀ ਨੇ, ਅਤੇ ਬੱਚੇ ਵੀ ਨੇ। ਇੰਨੇ ਹੋਣ ਦੇ ਬਾਵਜੂਦ ਵੀ ਜਿਹੜੇ ਉੱਥੇ ਸੈਂਟਰ ਸਰਕਾਰ ਦਾ ਕੋਈ ਵੀ ਮੰਤਰੀ ਨਹੀਂ ਪੁੱਜ ਰਿਹਾ, ਜਾਂ ਕਿਸੇ ਨਾਲ ਵੀ ਉਹਨਾਂ ਨੇ ਰਾਬਤਾ ਜ਼ਰੂਰ ਕਾਇਮ ਕੀਤਾ, ਪਰ ਹੱਲ ਨਹੀਂ ਹੋਇਆ। ਕਿਸ ਤਰ੍ਹਾਂ ਦੇਖਦੇ ਹੋ ਵੀ ਕੀ ਸਰਕਾਰ ਜਿਹੜੀ ਹੈ ਲੋਕਾਂ ਵਾਸਤੇ ਨਹੀਂ ਚਾਹੁੰਦੀ, ਲੋਕਾਂ ਦਾ ਭਲਾ ਨਹੀਂ ਚਾਹੁੰਦੀ? ਦੇਖੋ, ਮੈਂ ਗੱਲ ਸਟਾਰਟ ਕਰਾਂਗਾ 26 ਤਰੀਕ ਤੋਂ। ਜੋ 26 ਤਰੀਕ ਤੋਂ ਲੋਕ ਇੱਥੇ ਤੁਰੇ ਆ, ਅਸੀਂ ਵੀ ਲੁਧਿਆਣਿਓਂ ਚੱਲੇ ਸੀਗੇ, ਅਸੀਂ ਸੋਚਿਆ ਵੀ ਚਲੋ ਹਲੇ ਇੱਕ ਦਿਨ ਲੱਗੂਗਾ, ਸਰਕਾਰ ਮੰਨੇਗੀ, ਫਿਰ ਦਿੱਲੀ ਵੱਲ ਜਾਣ ਦੇਣਗੇ। ਪਰ ਮੈਂ ਹੈਰਾਨ ਹੋ ਗਿਆ ਨੌਜਵਾਨਾਂ ਦਾ ਜੋਸ਼ ਅਤੇ ਜਜ਼ਬਾ ਦੇਖ ਕੇ। ਉਹ ਸਾਰਾ ਕੁਝ ਤੋੜ ਕੇ ਅੱਗੇ ਲੰਘੇ ਅਤੇ ਪਿੱਛੇ ਪਿੱਛੇ ਸੀ ਵੀ ਬਿਲਕੁਲ ਨਾਲ ਸੀ ਉਹਨਾਂ ਦੇ। ਅਤੇ ਉਸ ਦਿਨ ਤੋਂ ਬਾਅਦ ਮੈਂ ਤਾਂ ਆਪਣੀ ਉਮਰ 'ਚ ਪਹਿਲੀ ਵਾਰ ਦੇਖਿਆ ਵੀ ਇੰਨਾ ਜਜ਼ਬਾ ਵੀ ਹੋ ਸਕਦਾ ਲੋਕਾਂ ਦੇ ਵਿੱਚ। ਅਤੇ ਉੱਥੇ ਤਾਂ ਰੋਜ਼ ਚੜ੍ਹਦੀ ਕਲਾ ਦੀ ਉਹ ਗੱਲ ਹੋ ਰਹੀ ਹੈ, ਦਿਨ ਪਰ ਦਿਨ ਇਕੱਠ ਵੀ ਵੱਧ ਰਿਹਾ ਹੈ, ਔਰ ਲੋਕਾਂ ਦੇ ਵਿੱਚ ਜਿਹੜਾ ਜਜ਼ਬਾ ਹੈਗਾ, ਜੋਸ਼ ਹੈ, ਉਹ ਵੀ ਵੱਧ ਰਿਹਾ ਹੈ। ਇਹ ਬੜਾ ਅਲੌਕਿਕ ਨਜ਼ਾਰਾ। ਅਤੇ ਮੈਂ ਤਾਂ ਸਾਡੇ ਤਾਂ ਲੋਕਾਂ ਨੂੰ ਮੈਂ ਇਹ ਕਹੂੰਗਾ ਵੀ ਸਾਡੇ ਤਾਂ ਪਹਿਲਾਂ ਜਿਵੇਂ ਸਭਾ 'ਤੇ ਜਾਂਦੇ ਹਾਂ, ਜੋੜ ਮੇਲਿਆਂ 'ਤੇ, ਧਾਰਮਿਕ ਸਭਾਵਾਂ 'ਤੇ ਜਾਂਦੇ ਰਹਿੰਦੇ ਹਾਂ, ਅਤੇ ਸਾਡੇ ਲੋਕਾਂ ਨੂੰ ਤਾਂ ਆਦਤ ਹੈ ਬਾਹਰ ਪੈਣ ਦੀ, ਟਰਾਲੀਆਂ 'ਚ ਪੈਣ ਦੀ। ਅਤੇ
ਤੇ ਇਹਦੇ ਨਾਲ ਕੋਈ ਮਤਲਬ ਫਰਕ ਨਹੀਂ ਹੈ, ਉਲਟਾ ਜਜ਼ਬਾ ਵਧਿਆ ਉੱਥੇ। ਬਾਕੀ ਲੋਕਲ ਲੋਕਾਂ ਵੱਲੋਂ ਵੀ ਮਦਦ ਕੀਤੀ ਜਾ ਰਹੀ, ਜਿਹੜੇ ਪਿੰਡਾਂ ਦੇ ਲੋਕ ਨੇ, ਜਿਹੜਾ ਗਰੀਬ ਮਜ਼ਦੂਰ ਵਾਲੇ ਦੁਆਲੇ ਉਹ ਤਾਂ ਵਿਚਾਰਾ ਲੰਗਰ ਹੀ ਛਕਦਾ ਆ ਕੇ, ਸਾਡੇ ਨਾਲੋਂ ਵੱਧ ਤਾਂ ਉਹ ਲੋਕ ਵਿਚਾਰੇ ਲੰਗਰ ਛਕਦੇ ਆ ਉੱਥੇ, ਗਰੀਬ ਤਬਕਾ ਜਿਹੜਾ ਰਹਿੰਦਾ। ਪਰ ਜਿਹੜੇ ਪਿੰਡਾਂ ਦੇ ਲੋਕ ਨੇ, ਉੱਥੇ ਦੇ ਕਿਸਾਨ ਨੇ ਦਿੱਲੀ ਦੇ ਆਲੇ ਦੁਆਲੇ ਪਿੰਡਾਂ ਦੇ, ਉਹ ਬਹੁਤ ਮਦਦ ਕਰ ਰਹੇ। ਕੋਈ ਸਬਜ਼ੀਆਂ ਦੇ ਕੇ ਜਾ ਰਿਹਾ, ਕੋਈ ਦੁੱਧ ਲੈ ਕੇ ਆਉਂਦਾ ਵਿਚਾਰਾ, ਕੋਈ ਕੱਪੜੇ ਲੈ ਜਾਂਦਾ, ਤੁਹਾਡੇ ਵੀ ਅਸੀਂ ਘਰੋਂ ਧਵਾ ਕੇ ਲਿਆਵਾਂਗੇ, ਉਹਨਾਂ ਵੱਲੋਂ ਬਹੁਤ ਮਦਦ ਹੋ ਰਹੀ ਹੈ। ਬਾਕੀ ਸਰਕਾਰ ਵੱਲੋਂ, ਸਰਕਾਰ ਦਾ ਜਿਹੜਾ ਅੜੀਅਲ ਰਵੱਈਆ ਇਹਦੇ ਵਿੱਚ ਆ, ਉਹ ਬਹੁਤ ਨਿੰਦਣਯੋਗ ਹੈ। ਜਦ ਕਿ ਉਹਨਾਂ ਨੇ ਅੱਜ ਤੱਕ ਕੋਈ ਆਪਣਾ ਬੰਦਾ ਉੱਥੇ ਨਹੀਂ ਭੇਜਿਆ, ਜਦ ਕਿ ਗੱਲ ਕੁਝ ਵੀ ਨਹੀਂ ਹੈਗੀ। ਤੁਸੀਂ 2 ਬੰਦੇ ਆਪਣੇ ਮੰਤਰੀ ਭੇਜ ਕੇ ਇਹਨਾਂ ਨੂੰ ਰਿਪੀਲ ਕਰ ਦਿਓ, ਦੁਬਾਰਾ ਫੇਰ ਬੁਲਾ ਲਓ ਜਦੋਂ ਨਵੇਂ ਬਣਾਉਣੇ ਆ, ਉਹ 'ਚ ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਹੁਣ ਮੈਨੂੰ ਲੱਗਦਾ ਜਿਹੜਾ ਇੰਨਾ ਸਰਕਾਰ ਦਾ ਅੜੀਅਲ ਰਵੱਈਆ, ਗਲਤ ਰਵੱਈਆ, ਮੈਂ ਮੰਨਦਾ ਇਹਨੂੰ। ਜਿਸ ਤਰ੍ਹਾਂ ਹੁਣ ਮੇਰਾ ਆਖਰੀ ਸਵਾਲ ਹੈ ਕਿ ਜਿਹੜੀ ਆ ਆਪਣੇ ਜਿਹੜੀ ਯੂਥ ਹੈ ਸਾਡਾ, ਜਿਸ ਤਰ੍ਹਾਂ ਉੱਥੇ ਬੈਠਾ ਵਾ ਜਾਂ ਸਾਡੀਆਂ ਮਾਤਾਵਾਂ ਭੈਣਾਂ ਬੈਠੀਆਂ ਨੇ, ਅਤੇ ਇੱਥੇ ਜਿਹੜੇ ਸਾਡੇ ਪੰਜਾਬ ਦੇ ਲੋਕ ਜਿਹੜੇ ਬਾਕੀ ਰਹਿੰਦੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਿਸ ਤਰ੍ਹਾਂ ਵੀ ਉਹ ਇਸ ਜਿਹੜੇ ਸੰਘਰਸ਼ ਨੂੰ ਦੇਖਣ, ਜਾਂ ਕਿਸ ਤਰ੍ਹਾਂ ਜਿਹੜੀ ਆਪਣਾ ਉੱਥੇ ਯੋਗਦਾਨ ਆਪਣਾ ਦੇ ਸਕਦੇ ਨੇ? ਜਿਹੜੇ ਨਹੀਂ ਵੀ ਪਹੁੰਚੇ, ਕਿਸ ਤਰ੍ਹਾਂ ਯੋਗਦਾਨ ਦੇਣਾ ਵੀ ਚਾਹੀਦਾ? ਇਹ ਤਾਂ ਜੀ ਮੈਂ ਸਾਰਿਆਂ ਨੂੰ ਮਤਲਬ ਰਿਕੁਐਸਟ ਕਰੂੰਗਾ, ਪ੍ਰਾਰਥਨਾ ਕਰੂੰਗਾ ਕਿ ਸਾਰੇ ਇਸ ਦੇ ਵਿੱਚ ਜਿਹੜਾ ਇਹ ਲੋਕਤੰਤਰ ਦਾ ਇੱਕ ਯੱਗ ਹੋ ਰਿਹਾ, ਇਹਦੇ ਵਿੱਚ ਜ਼ਰੂਰ ਹਿੱਸਾ ਪਾਉਣ ਔਰ ਬੱਚਿਆਂ ਨੂੰ ਵੀ ਲੈ ਕੇ ਜਾਣ, ਤਾਂ ਕਿ ਪਤਾ ਲੱਗੇ ਕਿ ਜਿਹੜੇ ਲੋਕਤੰਤਰਿਕ ਵੈਲਿਊਜ਼ ਕਿਵੇਂ ਹੁੰਦੀਆਂ ਨੇ। ਅਤੇ ਜਿਨ੍ਹਾਂ ਬੰਦਿਆਂ ਨੂੰ ਵੀ ਕੋਈ ਡਿਪਰੈਸ਼ਨ ਹੈ, ਕੋਈ ਬਿਮਾਰੀ ਹੈ, ਮੈਂ ਗਰੰਟੀ ਦਿੰਦਾ ਜਦੋਂ ਉਹ ਇਕੱਠ ਦੇ ਵਿੱਚ ਜਾਣਗੇ ਤਾਂ ਉਹਨਾਂ ਦੀ ਸਾਰੀ ਬਿਮਾਰੀਆਂ ਉੱਡ ਜਾਣਗੀਆਂ। ਉੱਥੇ ਇੰਨਾ ਜੋਸ਼ ਅਤੇ ਜਜ਼ਬਾ ਹਵਾ ਦੇ ਵਿੱਚ ਆ, ਇਹੀ ਮੈਂ ਕਹੂੰਗਾ ਜੀ। ਅਤੇ ਸਨ ਸਾਡੇ ਨਾਲ ਹਰਜਿੰਦਰ ਸਿੰਘ ਜੀ, ਜਿਨ੍ਹਾਂ ਨੇ ਗੁਜਰਾਤ ਦੇ ਵਿੱਚ ਵੀ ਖੇਤੀ ਕੀਤੀ ਹੈ, ਜਿੱਥੇ ਗੁਜਰਾਤ ਨੂੰ ਜਿਹੜਾ ਖੇਤੀ ਮਾਡਲ ਦੀ ਜਾਂ ਗੁਜਰਾਤ ਮਾਡਲ ਦੀ ਜਿਹੜੀ ਗੱਲ ਕਰਦੇ ਨੇ ਮੋਦੀ ਸਾਹਿਬ, ਅਤੇ ਉਹਨਾਂ ਨੇ ਦੱਸਿਆ ਵੀ ਉੱਥੇ ਮੰਡੀਆਂ ਦੀ ਕਮੀ ਕਾਰਨ ਉਹਨਾਂ ਨੂੰ ਕਿੰਨਾ ਨੁਕਸਾਨ ਸਹਿਣਾ ਪਿਆ, ਅਤੇ ਉਹ ਵਾਪਸ ਜਿਹੜਾ ਆਪਣੇ ਪੰਜਾਬ ਦੇ ਵਿੱਚ ਹੁਣ ਉਹ ਖੇਤੀ ਕਰਨ ਵਾਸਤੇ ਜਾਂ ਆਪਣਾ ਵਪਾਰ ਕਰਨ ਵਾਸਤੇ ਮਜਬੂਰ ਨੇ। ਅਤੇ ਇਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਇਹ ਹੋਰਾਂ ਲੋਕਾਂ ਨੂੰ ਵੀ ਜਿਹੜਾ ਇਸ ਦਾ ਘਾਟਾ ਜ਼ਰੂਰ ਸਹਿਣਾ ਪਵੇਗਾ, ਅਤੇ ਇਹੀ ਕਾਰਨ ਹੈ ਕਿ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ ਉਸ ਦੇ ਵਿੱਚ ਇਹ ਕਿ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਲਿਵਿੰਗ ਇੰਡੀਆ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ।